ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖਬਰ ਇਸ ਵੇਲੇ ਸਾਡੇ ਸਾਹਮਣੇ ਹੈ। ਗੈਂਗਸਟਰ ਗੋਲਡੀ ਬਰਾੜ ਨੇ ਟਿਕਾਣਾ ਬਦਲ ਲਿਆ ਹੈ। ਜੀ ਹਾਂ, ਕੈਨੇਡਾ ਤੋਂ ਭੱਜਿਆ ਗੋਲਡੀ ਬਰਾੜ ਤੇ ਇਸ ਵੇਲੇ ਅਮਰੀਕਾ ਪਹੁੰਚ ਚੁੱਕਾ ਹੈ। ਕੈਨੇਡਾ ਤੋਂ ਭੱਜ ਚੁੱਕਿਆ ਗੋਲਡੀ ਬਰਾੜ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਲੁਕਿਆ ਹੋਇਆ ਹੈ ਗੋਲਡੀ ਬਰਾੜ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਮੂਸੇਵਾਲਾ ਕਤਲकांड ਦੇ ਵਿੱਚ ਮਾਸਟਰਮਾइंड ਹੈ ਗੋਲਡੀ ਬਰਾੜ। ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੈ। ਸੋ ਗੋਲਡੀ ਬਰਾੜ ਇਸ ਵੇਲੇ ਜਿਹੜਾ ਹੈਗਾ ਕੈਨੇਡਾ ਤੋਂ ਅਮਰੀਕਾ ਪਹੁੰਚ ਚੁੱਕਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ਪਹੁੰਚ ਚੁੱਕਿਆ ਹੈ। ਪਹਿਲਾਂ ਉਸ ਦੀ ਲੋਕੇਸ਼ਨ ਕੈਨੇਡਾ ਮੰਨੀ ਜਾ ਰਹੀ ਸੀ, ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਲੁਕਿਆ ਹੋਇਆ ਗੋਲਡੀ ਬਰਾੜ। ਗੋਲਡੀ ਬਰਾੜ ਦੇ ਖਿਲਾਫ ਹਾਲਾਂਕਿ ਰੈੱਡ ਕਾਰਨਰ ਨੋਟਿਸ ਜਾਰੀ ਹੈ। ਮੂਸੇਵਾਲਾ ਕਤਲकांड ਦੇ ਵਿੱਚ ਮਾਸਟਰਮਾइंड ਹੈ ਗੋਲਡੀ ਬਰਾੜ। ਪੰਜਾਬ ਵਿੱਚ ਕਈ ਵੱਡੀਆਂ ਵਾਰਦਾਤਾਂ ਵਿੱਚ ਨਾਮਜ਼ਦ ਹੈ। ਖੁਫੀਆ ਏਜੰਸੀਆਂ ਦੀ ਰਡਾਰ ਤੇ ਆਣ ਅਤੇ ਵਿਰੋਧੀ ਗੈਂਗਸ ਤੋਂ ਖਤਰੇ ਨੂੰ ਵੇਖਦਿਆਂ ਗੋਲਡੀ ਬਰਾੜ ਫਰਾਰ ਹੋਇਆ ਹੈ ਤੇ ਕੈਨੇਡਾ ਤੋਂ ਭੱਜਿਆ ਦੱਸਿਆ ਜਾ ਰਿਹਾ ਹੈ। ਤੇ ਕੈਨੇਡਾ ਤੋਂ ਭੱਜ ਕੇ ਉਹ ਪਹੁੰਚ ਚੁੱਕਿਆ ਹੈ ਅਮਰੀਕਾ ਦੇ ਕੈਲੀਫੋਰਨੀਆ। ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਗੋਲਡੀ ਬਰਾੜ ਫਰਾਰ ਹੋ ਗਿਆ ਹੈ ਕੈਨੇਡਾ ਤੋਂ, ਔਰ ਕੈਨੇਡਾ ਤੋਂ ਫਰਾਰ ਹੋ ਕੇ ਅਮਰੀਕਾ ਪਹੁੰਚ ਚੁੱਕਿਆ, ਅਮਰੀਕਾ ਦੇ ਕੈਲੀਫੋਰਨੀਆ ਪਹੁੰਚ ਚੁੱਕਿਆ ਹੈ। ਸੋ ਵੱਡੀ ਖਬਰ ਇਸ ਵੇਲੇ ਦੀ, ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਹੋ ਚੁੱਕਿਆ ਔਰ ਅਮਰੀਕਾ ਪਹੁੰਚ ਗਿਆ, ਅਮਰੀਕਾ ਦੇ ਕੈਲੀਫੋਰਨੀਆ। ਕੈਨੇਡਾ ਤੋਂ ਕੈਲੀਫੋਰਨੀਆ ਪਹੁੰਚ ਚੁੱਕਿਆ ਹੈ ਗੋਲਡੀ ਬਰਾੜ। ਉਹੀ ਗੋਲਡੀ ਬਰਾੜ ਜਿਸ ਨੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਸੀ ਸਿੱਧੂ ਮੂਸੇਵਾਲਾ ਕਤਲकांड ਦੀ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸਨੇ ਜ਼ਿੰਮੇਵਾਰੀ ਲਈ ਸੀ ਔਰ ਉਸ ਤੋਂ ਬਾਅਦ ਹੁਣ ਉਸ ਦੀ ਨਵੀਂ ਲੋਕੇਸ਼ਨ ਕੈਨੇਡਾ ਦੀ ਥਾਂ ਤੇ ਕੈਲੀਫੋਰਨੀਆ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਕੈਨੇਡਾ ਵਿੱਚ ਨਹੀਂ ਸਗੋਂ ਕੈਲੀਫੋਰਨੀਆ ਦੇ ਵਿੱਚ ਗੋਲਡੀ ਬਰਾੜ ਇਸ ਵੇਲੇ ਹੈਗਾ, ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ। ਮੇਰੇ ਸਹਿਯੋਗੀ ਮਨੋਜ ਰਾਠੀ ਮੇਰੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਵਧੇਰੇ ਗੱਲਬਾਤ ਕਰਾਂਗੇ ਇਸ ਪੂਰੇ ਮਸਲੇ ਤੇ। ਗੋਲਡੀ ਬਰਾੜ ਦੀ ਲੋਕੇਸ਼ਨ ਜਿਸ ਤਰੀਕੇ ਚੇਂਜ ਹੋਈ ਹੈ ਮਨੋਜ, ਰੈੱਡ ਕਾਰਨਰ ਨੋਟਿਸ ਜਾਰੀ ਹੋਣ ਦੇ ਬਾਵਜੂਦ ਸਭ ਤੋਂ ਵੱਡਾ ਸਵਾਲ ਇਹੀ, ਰੈੱਡ ਕਾਰਨਰ ਨੋਟਿਸ ਜਾਰੀ ਹੁੰਦਾ ਹੈ ਤਾਂ ਉਸ ਦਾ ਮਤਲਬ ਕੀ ਹੁੰਦਾ ਹੈ? ਔਰ ਜੇਕਰ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਹੋ ਕੇ ਅਮਰੀਕਾ ਦੇ ਕੈਲੀਫੋਰਨੀਆ ਪਹੁੰਚਿਆ ਤਾਂ ਇਸ ਦਾ ਮਤਲਬ ਕੀ ਹੈ? ਮਨੋਜ देखो गगन, ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਬੜੀ ਅਹਿਮ, ਕਿਉਂਕਿ ਗੋਲਡੀ ਬਰਾੜ ਇਸ ਵੇਲੇ ਜੇ ਗੱਲ ਕਰੀਏ ਲਾਰੈਂਸ ਬਿਸ਼ਨੋਈ ਦਾ ਖਾਸ ਹੈ। ਲਗਾਤਾਰ ਜਿਹੜੀ ਵੀ ਰੰਗਦਾਰੀ ਹੋ ਰਹੀ ਹੈ, ਮਰਡਰ ਹੋ ਰਿਹਾ, ਜਿਸ ਤਰ੍ਹਾਂ ਦੀ ਫੇਸਬੁੱਕ ਤੇ ਐਕਟਿਵ ਹੋ ਰਿਹਾ, ਸਿੱਧੂ ਮੂਸੇਵਾਲੇ ਮਰਡਰ ਤੋਂ ਬਾਅਦ ਮਾਸਟਰਮਾइंड ਗੋਲਡੀ ਬਰਾੜ ਲਗਾਤਾਰ ਫੇਸਬੁੱਕ ਤੇ ਪੋਸਟਾਂ ਪਾ ਕੇ ਜ਼ਿੰਮੇਵਾਰੀ ਲੈਂਦਾ ਨਜ਼ਰ ਆ ਰਿਹਾ ਸੀਗਾ। ਲਗਾਤਾਰ ਹੁਣ ਵੀ ਫਿਰੌਤੀ ਦੀ, ਰੰਗਦਾਰੀ ਦੀ ਥ੍ਰੈਟ ਕਾਲ ਜਿਹੜੀ ਹੋ ਰਹੀ ਹੈ, ਗੋਲਡੀ ਬਰਾੜ, ਮੈਂ ਗੋਲਡੀ ਬਰਾੜ ਬੋਲ ਰਿਹਾ, ਮੈਨੂੰ ਇੰਨੀ ਫਿਰੌਤੀ ਚਾਹੀਦੀ ਹੈ। ਲਗਾਤਾਰ ਲਾਰੈਂਸ ਬਿਸ਼ਨੋਈ ਦੇ ਜਿਹੜੇ ਗੁਰਗੇ ਹੈ ਉਹਨੇ ਐਕਟਿਵ ਕੀਤੇ ਹੋਏ ਨੈਕਸਸ ਚੱਲ ਰਿਹਾ ਹੈ, ਬਹੁਤ ਵੱਡਾ ਨੈਕਸਸ ਚੱਲ ਰਿਹਾ ਹੈ। ਪੰਜਾਬ 'ਚ ਨਹੀਂ ਬਲਕਿ ਦਿੱਲੀ ਹੋਰ ਵੀ ਦੂਜੇ ਸਟੇਟ 'ਚ ਨੈਕਸਸ ਜਿਹੜਾ ਹੈਗਾ ਉਹ ਕੰਮ ਕਰ ਰਿਹਾ। ਤੇ ਹੁਣ ਜਿਹੜੀ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ, ਜਿਹੜੀ ਖੁਫੀਆ ਏਜੰਸੀਆਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਨੇ ਆਪਣਾ ਜਿਹੜਾ ਠਿਕਾਣਾ ਹੈ ਉਹ ਬਦਲ ਲਿਆ। ਕਿੱਥੇ ਗਿਆ ਗੋਲਡੀ ਬਰਾੜ? ਕੈਨੇਡਾ 'ਚ ਲਗਾਤਾਰ ਗੱਲਬਾਤ ਆ ਰਹੀ ਸੀ ਕਿ ਕੈਨੇਡਾ 'ਚ ਲੁਕਿਆ ਹੋਇਆ ਹੈ ਗੋਲਡੀ ਬਰਾੜ, ਲੇਕਿਨ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਨੇ ਆਪਣਾ ਜਿਹੜਾ ਠਿਕਾਣਾ ਹੈ ਉਹ ਚੇਂਜ ਕੀਤਾ ਹੈ, ਕੈਲੀਫੋਰਨੀਆ ਭੱਜਿਆ ਹੈ ਤੇ ਕੈਲੀਫੋਰਨੀਆ ਤੋਂ ਹੁਣ ਆਪਣਾ ਨੈਕਸਸ ਜਿਹੜਾ ਉਹ ਲਗਾਤਾਰ ਚਲਾ ਰਿਹਾ ਹੈ ਗੋਲਡੀ ਬਰਾੜ। ਹਾਲਾਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਕੱਢਿਆ ਗਿਆ, ਲਗਾਤਾਰ ਜਿਹੜੀ ਪੰਜਾਬ ਪੁਲਿਸ ਹੀ ਨਹੀਂ ਬਲਕਿ ਦਿੱਲੀ ਪੁਲਿਸ, ਦੂਜੀ ਹੋਰ ਵੀ ਸਟੇਟ ਦੀ ਜਿਹੜੀ ਪੁਲਿਸ ਹੈ ਉਹ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ, ਉਹਨੂੰ ਲਾਉਣ ਦੀ ਤਿਆਰੀਆਂ 'ਚ ਲੱਗੀ ਹੋਈ ਹੈ। ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਜਿਹੜੇ ਦੂਜੀ ਕੰਟਰੀਆਂ ਦੇ ਜਿਹੜੇ ਮੈਨੇਜਮੈਂਟ ਹੈ, ਪ੍ਰਸ਼ਾਸਨ ਹੈ, ਉਹਨਾਂ ਨਾਲ ਲਗਾਤਾਰ ਕਨਵਰਸੇਸ਼ਨ ਕੀਤੀ ਜਾ ਰਹੀ ਹੈ। ਲੇਕਿਨ ਹੁਣ ਗੋਲਡੀ ਬਰਾੜ ਨੇ ਆਪਣਾ ਜਿਹੜਾ ਠਿਕਾਣਾ ਹੈ ਉਹ ਕਿਸ ਤਰ੍ਹਾਂ ਚੇਂਜ ਕੀਤਾ? ਬਹੁਤ ਵੱਡੇ ਸਵਾਲ ਨੇ ਇਹਦੇ ਵਿੱਚ ਕਿ ਆਖਿਰ ਪੁਲਿਸ ਭਾਲ ਕਰ ਰਹੀ ਹੈ। ਦੂਜੇ ਪਾਸੇ ਗੋਲਡੀ ਬਰਾੜ ਨੂੰ ਇਹ ਵੀ ਖਤਰਾ ਹੈ ਕਿ ਜਿਹੜੇ ਦੂਜੇ ਗਰੁੱਪ ਨੇ, ਬੰਬੀਹਾ ਗਰੁੱਪ, ਹੋਰ ਲੱਕੀ ਪਟਿਆਲ ਜਿਹੜਾ ਚਲਾ ਰਿਹਾ ਬੰਬੀਹਾ ਗਰੁੱਪ ਨੂੰ, ਹੋਰ ਜਿਹੜਾ ਨੀਰਜ ਭਵਾਨਾ, ਕੌਸ਼ਲ ਚੌਧਰੀ ਜਿਹੜੇ ਦੂਜੇ ਗਰੁੱਪ ਦੇ ਮੈਂਬਰ ਨੇ, ਉਹ ਵੀ ਹੁਣ ਘਾਤ ਲਾ ਕੇ ਬੈਠੇ ਹੈ ਕਿ ਗੋਲਡੀ ਬਰਾੜ ਜਿੱਥੇ ਮਿਲੇ ਉਹਦਾ ਜਿਹੜਾ ਹੈਗਾ ਉਹ ਕਾਂਡ ਕਰ ਦੇ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈ ਉਹ ਪੁਲਿਸ ਵੀ ਕੰਮ ਕਰ ਰਹੀ ਹੈ ਤੇ ਜਿਹੜੀ ਦੁਸ਼ਮਣੀ ਹੈ ਉਹ ਆਮਣੇ ਸਾਹਮਣੇ ਹੋ ਚੁੱਕੀ ਹੈ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਕਿਉਂਕਿ ਲਗਾਤਾਰ ਜਿਹੜੇ ਇਹ ਪੋਸਟਾਂ ਪਾਈ ਜਾ ਰਹੀਆਂ, ਪੋਸਟਾਂ ਪਾ ਕੇ ਜਿਹੜਾ ਵਾਰ ਚੱਲ ਰਿਹਾ, ਫੇਸਬੁੱਕ ਪੋਸਟ ਵਾਰ, ਇਹ ਲਗਾਤਾਰ ਦੇਖਣ ਨੂੰ ਮਿਲ ਰਿਹਾ। ਲੇਕਿਨ ਹੁਣ ਇਸ ਵਿਚਾਲੇ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਗਾਇਬ ਹੋ ਜਾਂਦਾ ਹੈ। ਜਿਹੜੀ ਪੁਲਿਸ ਸੋਰਸਿਸ ਤੋਂ ਜਿਹੜੀ ਖਬਰ ਹੈ, ਪੁਲਿਸ ਸੂਤਰਾਂ ਤੋਂ ਜਿਹੜੀ ਵੱਡੀ ਖਬਰ ਹੈ, ਜਿਹੜੀ ਸੁਰੱਖਿਆ ਏਜੰਸੀਆਂ ਜਿਹੜੀ ਹੈ ਜਾਣਕਾਰੀ ਦੇ ਰਹੀਆਂ ਕਿ ਗੋਲਡੀ ਬਰਾੜ ਆਖਿਰ ਕੈਨੇਡਾ ਤੋਂ ਕਿੱਥੇ ਭੱਜ ਗਿਆ, किस तरह भज्या, क्योंकि रेड कॉर्नर नोटिस ऑलरेडी जारी है, लगातार पाल की जा रही है। यानी कि एक कयास लगाए जा रहे हैं कि उन्हें अपना जो हुलिया है
ਉਹ ਚੇਂਜ ਕੀਤਾ ਹੋਇਆ ਹੈ। ਕਿਉਂਕਿ ਜਿੱਦਾਂ ਅਸੀਂ ਪਹਿਲਾਂ ਸਿੱਧੂ ਮੂਸੇਵਾਲੇ ਮਰਡਰ ਦੀ ਗੱਲ ਕੀਤੀ ਸੀ, ਜਿਹੜੇ ਸ਼ਾਰਪ ਸ਼ੂਟਰ ਸੀਗੇ, ਜਿਹੜੇ ਵੀ ਐਕਿਊਜ਼ ਸੀਗੇ, ਉਹਨਾਂ ਨੇ ਕਿਸ ਤਰ੍ਹਾਂ ਆਪਣਾ ਹੁਲੀਆ ਚੇਂਜ ਕਰਕੇ ਉਹ ਲੁਕਦੇ ਫਿਰਦੇ ਸੀਗੇ, ਚਾਹੇ ਉਹ ਕੋਈ ਵੀ ਹੋਵੇ, ਫਰੇਵਤ ਫੌਜੀ ਹੋਵੇ, ਅੰਕਿਤ ਸਿਰਸਾ ਹੋਵੇ, ਮਨੂ ਜਗਰੂਪ ਜਿਹਨਾਂ ਦਾ ਇਨਕਾਊਂਟਰ ਹੋਇਆ। ਪੰਜਾਬ ਪੁਲਿਸ ਦੀ ਡਰੈਸ ਉਹਨਾਂ ਕੋਲੋਂ ਬਰਾਮਦ ਹੋਈ ਸੀ, ਪੰਜਾਬ ਪੁਲਿਸ ਦੇ ਬੈਚੇਜ ਉਹਨਾਂ ਕੋਲੋਂ ਬਰਾਮਦ ਹੋਈ ਸੀ। ਉਹਨਾਂ ਨੇ ਖੁਦ ਦੱਸਿਆ ਸੀ ਕਿ ਕਿਸ ਤਰ੍ਹਾਂ ਉਹ ਆਪਣਾ ਹੁਲੀਆ ਚੇਂਜ ਕਰਕੇ ਇੱਥੇ ਉੱਥੇ ਲੁਕਦੇ ਨਜ਼ਰ ਆ ਰਹੇ ਸੀ। ਸੇਮ ਇसी तरह ਜਿਹੜਾ ਗੋਲਡੀ ਬਰਾੜ ਹੈ, ਜਿਹੜੀ ਪੁਲਿਸ ਸੋਰਸਿਸ ਜਾਣਕਾਰੀ ਦੇ ਰਹੇ ਕਿ ਆਪਣਾ ਹੁਲੀਆ ਚੇਂਜ ਕਰ ਲੇ ਕਰਕੇ ਇੱਕ ਵੱਡੇ ਹੀ ਸੇਫ ਜਗ੍ਹਾ ਤੇ ਆਪਣਾ ਠਿਕਾਣਾ ਉਹਨੇ ਚੇਂਜ ਕੀਤਾ ਹੈ ਤੇ ਉੱਥੋਂ ਬਹਿ ਕੇ ਪੂਰਾ ਜਿਹੜਾ ਆਪਣਾ ਨੈਕਸਸ ਹੈ ਉਹ ਚਲਾਉਂਦਾ ਨਜ਼ਰ ਆ ਰਿਹਾ। ਨੈਕਸਸ ਕਿਸ ਤਰ੍ਹਾਂ ਚਲਾਉਂਦਾ ਨਜ਼ਰ ਆ ਰਿਹਾ ਹੈ ਕਿ ਪੂਰਾ ਜਿਹੜਾ ਉਹਦੇ ਜਿਹੜੇ ਗੁਰਗੇ ਹੈ ਉਹ ਐਕਟਿਵ ਨੇ, ਫੇਸਬੁੱਕ ਪੋਸਟ ਤੇ ਉਹ ਐਕਟਿਵ ਹੈ, ਕਿਸ ਤਰ੍ਹਾਂ ਉਹ ਆਪਣਾ ਕੰਮ ਕਰ ਰਿਹਾ। ਇਹਨੂੰ ਸਾਰੇ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਤਾਂ ਕਰ ਰਹੀ ਹੈ, ਲੇਕਿਨ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਗੋਲਡੀ ਬਰਾੜ ਜਿਹੜਾ ਹੈ ਉਹ ਲੱਗਦਾ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਉਹ ਬਚਦਾ ਨਜ਼ਰ ਆ ਰਿਹਾ ਹੈ ਪੁਲਿਸ ਤੋਂ। ਕੈਨੇਡਾ ਹੁਣ ਚੇਂਜ ਕੀਤਾ ਉਹਨੇ, ਕੈਲੀਫੋਰਨੀਆ ਦੇ ਇੱਕ ਬੜੇ ਸੇਫ ਜਗ੍ਹਾ ਤੇ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਲਗਾਤਾਰ ਇਹਦੇ 'ਚ ਭਾਲ ਕਰ ਰਹੀ ਹੈ, ਲੇਕਿਨ ਹਜੇ ਤੱਕ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਕਿਉਂਕਿ ਉਹਨੂੰ ਇੱਕ ਹੋਰ ਖਤਰਾ ਹੈ, ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਟਰੇਸ ਕੀਤਾ ਹੈ ਸਚਿਨ ਥਾਪਨ ਨੂੰ ਅਜ਼ਰਬੈਜਾਨ ਤੋਂ, ਅਨਮੋਲ ਬਿਸ਼ਨੋਈ ਨੂੰ ਕੀਨੀਆ ਤੋਂ ਟਰੇਸ ਕੀਤਾ ਹੈ, ਹੁਣ ਉਹਨਾਂ ਨੂੰ ਲਾਉਣ ਦੀ ਪ੍ਰੋਸੈਸ ਕੀਤਾ ਜਾ ਰਿਹਾ ਹੈ। ਤਾਂ ਗੋਲਡੀ ਬਰਾੜ ਨੂੰ ਇੱਥੇ ਕਿਤੇ ਨਾ ਕਿਤੇ ਖਤਰਾ ਜ਼ਰੂਰ ਹੈ ਕਿ ਮੈਨੂੰ ਵੀ ਟਰੇਸ ਕੀਤਾ ਜਾ ਸਕਦਾ ਹੈ, ਮੈਨੂੰ ਵੀ ਅਰੈਸਟ ਕੀਤਾ ਜਾ ਸਕਦਾ ਹੈ, ਮੈਨੂੰ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪੁਲਿਸ ਜਿਹੜੀ ਆ ਲੱਭ ਸਕਦੀ ਹੈ। ਇਸ ਕਰਕੇ ਉਹ ਆਪਣੇ ਠਿਕਾਣੇ ਜਿਹੜੇ ਹੈ ਉਹ ਚੇਂਜ ਕਰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਹੁਣ ਕਈ ਚੀਜ਼ਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਗਗਨ, ਕਈ ਚੀਜ਼ਾਂ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਲਗਾਤਾਰ ਸਾਹਮਣੇ ਆ ਰਹੀ ਹੈ, ਚਾਹੇ ਉਹ ਸਿੱਧੂ ਮੂਸੇਵਾਲੇ ਦਾ ਮਰਡਰ ਹੋਵੇ, ਚਾਹੇ ਉਹ ਰੰਗਦਾਰੀ, ਕਈ ਜਿਹੜੇ ਰਸੂਖਦਾਰ ਹੈ ਉਹਨਾਂ ਤੋਂ ਰੰਗਦਾਰੀ ਦੀ ਗੱਲ ਹੋਵੇ, ਚਾਹੇ ਉਹ 302 ਦਾ ਮਾਮਲਾ ਹੋਵੇ, 307 ਦਾ ਮਾਮਲਾ ਹੋਵੇ, ਕਈ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੈ ਪੰਜਾਬ ਤੋਂ ਇਲਾਵਾ ਦਿੱਲੀ, ਰਾਜਸਥਾਨ, ਹਰਿਆਣਾ, ਲਗਾਤਾਰ ਇਸ ਤਰ੍ਹਾਂ ਦੇ ਕਈ ਮਾਮਲੇ ਨੇ ਗੋਲਡੀ ਬਰਾੜ ਤੇ, ਜਿਹਨੂੰ ਲੈ ਕੇ ਲਗਾਤਾਰ ਪੁਲਿਸ ਜਿਹੜੀ ਹੈ ਉਹ ਉਹਦੀ ਭਾਲ ਕਰਦੀ ਨਜ਼ਰ ਆ ਰਹੀ ਹੈ। ਗਗਨ ਮਨੋਜ, ਇੱਕ ਅਹਿਮ ਗੱਲ ਹੈ ਕਿਉਂਕਿ ਬਾਰ-ਬਾਰ ਅਸੀਂ ਰੈੱਡ ਕਾਰਨਰ ਨੋਟਿਸ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ, ਜਦੋਂ ਇੰਟਰਪੋਲ ਰੈੱਡ ਕਾਰਨਰ ਨੋਟਿਸ ਇਸ਼ੂ ਕਰਦੀ ਹੈ ਤਾਂ ਉਹ ਇੰਟਰਨੈਸ਼ਨਲ ਪੁਲਿਸ, ਇੰਟਰਨੈਸ਼ਨਲ ਲਾ ਐਨਫੋਰਸਮੈਂਟ ਏਜੰਸੀਜ਼, ਇੰਟਰਨੈਸ਼ਨਲ ਸਿਕਿਉਰਿਟੀ ਏਜੰਸੀਜ਼ ਵੱਖ-ਵੱਖ ਕੰਟਰੀਜ਼ ਦੀ ਜਿਹੜੀਆਂ ਨੇ ਉਹਨਾਂ ਨੂੰ ਇੱਕ ਨੋਟਿਸ ਭੇਜਦੀ ਹੈ ਕਿ ਸ਼ਖਸ ਜਿਹੜਾ ਹੈਗਾ ਫਲਾਂ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਇਹ ਭਗੌੜਾ ਹੈਗਾ, ਇੰਟਰਨੈਸ਼ਨਲ ਲੈਵਲ ਤੇ ਵਾਂਟਡ ਹੈ। ਔਰ ਰੈੱਡ ਕਾਰਨਰ ਨੋਟਿਸ ਦਾ ਪਹਿਲਾ ਮਤਲਬ ਇਹੀ ਹੁੰਦਾ ਹੈ ਕਿ ਪਹਿਲੀ ਗੱਲ ਉਸ ਸ਼ਖਸ ਦੀ ਆਈਡੈਂਟੀਫਿਕੇਸ਼ਨ ਕੀਤੀ ਜਾਵੇ, ਦੂਜਾ ਉਸਨੇ ਜਿਹੜਾ ਕ੍ਰਾਈਮ ਕੀਤਾ ਹੈ ਉਸ ਦੇ ਨਾਲ ਰਿਲੇਟਡ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਉਸ ਨੂੰ ਇਮੀਡੀਏਟਲੀ ਟੈਂਪਰੇਰੀਲੀ ਡਿਟੇਨ ਕਰ ਲਿਆ ਜਾਵੇ, ਉਸ ਨੂੰ ਅਰੈਸਟ ਕਰ ਲਿਆ ਜਾਵੇ। ਜੇਕਰ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ ਫਰਾਰ ਹੋਣ ਵਿੱਚ ਕਾਮਯਾਬ ਹੁੰਦਾ ਹੈ, ਔਰ ਇਹ ਵੀ ਜਿਹੜਾ ਹੈਗਾ ਇੱਕ ਫੈਕਟ ਸਾਹਮਣੇ ਆਇਆ ਸੀਗਾ ਕਿ ਕੁਝ ਜਿਹੜੇ ਟੈਰਰ ਜਥੇਬੰਦੀਆਂ ਨੇ, ਦਹਿਸ਼ਤਗਰਦ ਜਥੇਬੰਦੀਆਂ ਨੇ, ਭਾਵੇਂ ਉਹ ਖਾਲਿਸਤਾਨ ਪੱਖੀ ਨੇ ਜਾਂ ਹੋਰ ਨੇ, ਉਹ ਕੈਨੇਡਾ ਬੇਸਡ ਵੀ ਨੇ, ਉੱਥੋਂ ਵੀ ਆਪਣੇ ਮਿਸ਼ਨਸ ਨੂੰ ਆਪਰੇਟ ਕਰ ਰਹੀਆਂ ਨੇ। ਦੂਜੇ ਪਾਸੇ ਇੰਡੀਅਨ ਸੈਂਟਰਲ ਏਜੰਸੀਜ਼ ਜਿਹੜੀਆਂ ਲਗਾਤਾਰ ਇਨਪੁਟ ਦੇ ਰਹੀਆਂ ਨੇ ਕਿ ਗੈਂਗਸਟਰ ਤੇ ਟੈਰਰਿਜ਼ਮ ਦਾ ਨੈਕਸਸ ਇੱਕ ਬਣਦਾ ਨਜ਼ਰ ਆ ਰਿਹਾ, ਜਿਸ ਨੂੰ ਬ੍ਰੇਕ ਕਰਨਾ ਜ਼ਰੂਰੀ ਹੈ। ਗੋਲਡੀ ਬਰਾੜ ਦਾ ਕੈਨੇਡਾ ਤੋਂ ਅਮਰੀਕਾ ਪਹੁੰਚਣਾ ਫਰਾਰ ਹੋ ਕੇ ਕਿੰਨੀ ਸੰਭਾਵਨਾ ਇਸ ਗੱਲ ਦੀ ਹੈਗੀ ਹੈ ਕਿ ਇਸ ਤਰੀਕੇ ਦੇ ਜਿਹੜੇ ਟੈਰਰ ਗਰੁੱਪ ਨੇ, ਐਕਸਟ੍ਰੀਮਿਸਟ ਗਰੁੱਪ ਨੇ ਜਿਹੜੇ, ਉਹਨਾਂ ਨੇ ਗੋਲਡੀ ਬਰਾੜ ਨੂੰ ਹੈਲਪ ਕੀਤੀ ਹੋਵੇ ਇਸ ਸਾਰੇ ਪ੍ਰੋਸੀਜਰ ਦੇ ਵਿੱਚ, ਹੁਲੀਆ ਚੇਂਜ ਕਰਨ ਦੇ ਵਿੱਚ। ਕਿਉਂਕਿ ਕੈਨੇਡਾ ਤੋਂ ਅਮਰੀਕਾ ਗਿਆ ਤਾਂ ਸਿੱਧੀ ਜਿਹੀ ਗੱਲ ਹੈ ਕਿ ਡਾਕੂਮੈਂਟ ਵੀ ਫਿਰ ਬਣੇ ਹੈਗੇ, ਫਿਰ ਪਾਸਪੋਰਟ ਵੀ ਬਣਿਆ ਹੋਣਾ ਹੈ, ਫਿਰ ਜਿਹੜੀ ਚੀਜ਼ਾਂ ਨੇ ਉਹ ਚੇਂਜ ਹੋਈਆਂ ਹੋਣਗੀਆਂ, ਤਾਂ ਕਿੰਨੀ ਕੁ ਵੱਡੀ ਪੋਸੀਬਿਲਿਟੀ ਹੈ ਕਿ ਉੱਥੇ ਨੈਕਸਸ ਜਿਹੜਾ ਹੈਗਾ ਇਹ ਬਣਿਆ ਹੋਵੇ ਔਰ ਉਸ ਨੈਕਸਸ ਦੇ ਥਰੂ ਗੋਲਡੀ ਬਰਾੜ ਪਹੁੰਚਿਆ ਹੋਇਆ ਅਮਰੀਕਾ ਦੇ ਕੈਲੀਫੋਰਨੀਆ। ਮਨੋਜ ਦੇਖੋ ਗਗਨ, ਇਹਦੇ ਵਿੱਚ ਕਈ ਪੋਸੀਬਿਲਿਟੀਜ਼ ਨੇ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਾਫੀ ਪ੍ਰੋਸੈਸ ਹੁੰਦੇ ਹੈ, ਚਾਹੇ ਉਹ ਪਾਸਪੋਰਟ ਦੀ ਗੱਲ ਕਰ ਲਈਏ, ਵੀਜ਼ਾ ਦੀ ਗੱਲ ਕਰ ਲਈਏ, ਵੈਰੀਫਿਕੇਸ਼ਨ ਦੀ ਗੱਲ ਕਰ ਲਈਏ, ਕਿਉਂਕਿ ਲਗਾਤਾਰ ਰੈੱਡ ਕਾਰਨਰ ਨੋਟਿਸ ਹੈ ਸਿੱਧੂ ਮੂਸੇਵਾਲੇ ਕੇਸ ਤੋਂ ਬਾਅਦ ਤੋਂ ਲਗਾਤਾਰ ਗੋਲਡੀ ਬਰਾੜ ਦੀ ਭਾਲ ਕੀਤੀ ਜਾ ਰਹੀ ਹੈ। ਇੱਥੇ ਦੀ ਪੁਲਿਸ ਜਾਂ ਦਿੱਲੀ ਦੀ ਸਪੈਸ਼ਲ ਪੁਲਿਸ ਲਗਾਤਾਰ ਜਿਹੜੀ ਦੂਜੀ ਕੰਟਰੀ ਹੈ ਕੈਨੇਡਾ ਦੀ, ਉਹਨਾਂ ਦੀ ਮੈਨੇਜਮੈਂਟ ਨੂੰ ਲਗਾਤਾਰ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਤੇ ਆਖਿਰ ਗੋਲਡੀ ਬਰਾੜ ਨੇ ਆਪਣਾ ਜਿਹੜਾ ਠਿਕਾਣਾ ਹੈ ਉਹ ਕਿਸ ਤਰ੍ਹਾਂ ਚੇਂਜ ਕੀਤਾ, ਕਿਉਂਕਿ ਸਿੱਧੂ ਮੂਸੇਵਾਲੇ ਮਰਡਰ ਤੋਂ ਬਾਅਦ ਲਗਾਤਾਰ ਜਿਹੜੀ ਹੈ ਗੋਲਡੀ ਬਰਾੜ ਦੀ ਭਾਲ ਕੀਤੀ ਜਾ ਰਹੀ ਸੀ, ਕਿਉਂਕਿ ਇਹਨੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਿੱਤੀ ਸੀ ਤੇ ਕਈ ਚੀਜ਼ਾਂ 'ਚ ਇਹਦੀ ਇਨਵੋਲਵਮੈਂਟ ਵੀ ਆਈ ਸੀ। ਲਾਰੈਂਸ ਬਿਸ਼ਨੋਈ ਨੂੰ ਉਹਦਾ ਜਦ ਪੁੱਛਗਿੱਛ ਹੋਈ ਤੇ ਲਾਰੈਂਸ ਬਿਸ਼ਨੋਈ ਨੇ ਵੀ ਇਹ ਮੰਨਿਆ ਕਿ ਗੋਲਡੀ ਬਰਾੜ ਨੇ ਇਸ ਪੂਰੀ ਗੋਲਡੀ ਬਰਾੜ ਨੂੰ ਦਿੱਤਾ ਸੀਗਾ ਇਹ ਕੰਮ, ਤੇ ਗੋਲਡੀ ਬਰਾੜ ਨੇ ਇਹਦਾ ਜ਼ਿੰਮਾ ਵੀ ਲਿੱਤਾ ਸੀਗਾ। ਤੇ ਹੁਣ ਗੱਲ ਹੋਈ ਕਿ ਆਖਿਰ ਉਹ ਦੂਜੀ ਕੰਟਰੀ ਕਿਸ ਤਰ੍ਹਾਂ ਪਹੁੰਚ ਗਿਆ। ਵੈਰੀਫਿਕੇਸ਼ਨ ਵੀ ਹੁੰਦੀ ਹੈ, ਵੀਜ਼ਾ ਵੀ ਹੁੰਦਾ ਹੈ, ਫਿਰ ਕਿਉਂਕਿ ਹੁਣ ਜਿੱਦਾਂ ਤੁਸੀਂ ਦੇਖੋ ਕਿ ਇੰਡੀਆ 'ਚ ਬਹਿ ਕੇ ਕਿਸ ਤਰ੍ਹਾਂ ਲਾਰੈਂਸ ਗਰੁੱਪ ਨੇ ਆਪਣੇ ਭਰਾ ਸਚਿਨ ਥਾਪਨ ਦੀ ਅਸੀਂ ਗੱਲ ਕਰ ਲਈਏ, ਅਨਮੋਲ ਬਿਸ਼ਨੋਈ ਦੀ ਗੱਲ ਕਰ ਲਈਏ, ਹੋਰ ਵੀ ਕਈ ਇਸ ਤਰ੍ਹਾਂ ਦੇ ਗੁਰਗੇ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਲਾਰੈਂਸ ਬਿਸ਼ਨੋਈ ਦੇ, ਉਹ ਫੇਕ ਪਾਸਪੋਰਟ ਦੇ ਥਰੂ ਵਿਦੇਸ਼ ਭੱਜੇ ਨੇ। ਚਾਹੇ ਉਹ ਲਿਪਿਨ ਨਹਿਰਾ ਦੀ ਗੱਲ ਕਰ ਲਓ, ਤੁਸੀਂ ਸਚਿਨ ਥਾਪਨ ਦੀ ਗੱਲ ਕਰ ਲਓ,
ਦਿੱਲੀ ਦਾ ਐਡਰੈਸ ਬਣਾ ਕੇ ਸੰਗਮ ਵਿਹਾਰ ਦਾ ਸਚਿਨ ਤਾਪਨ ਭੱਜਿਆ ਸੀਗਾ, ਹੁਣ ਉਹਨਾਂ ਨੂੰ ਡਿਟੇਨ ਕਰਨ ਦੀ ਗੱਲ ਕਰ ਰਹੀ ਹੈ। ਅਨਮੋਲ ਬਿਸ਼ਨੋਈ ਫਰੀਦਾਬਾਦ ਦਾ ਐਡਰੈਸ ਦੇ ਕੇ ਉਹਨਾਂ ਨੇ ਹੋਰ ਉੱਥੋਂ ਭੱਜ ਗਿਆ, ਫੇਕ ਪਾਸਪੋਰਟ ਬਣਾ ਕੇ, ਫੇਕ ਐਡਰੈਸ ਤੇ ਡਾਕੂਮੈਂਟ ਬਣਾ ਕੇ ਭੱਜੇ ਨੇ। ਦੂਜੇ ਜਿਹੜੇ ਗੈਂਗਸਟਰ ਨੇ, ਹੋਰ ਜਿਹੜੇ ਦੂਜੇ ਗੈਂਗਸਟਰ ਨੇ, ਬਿਲਕੁਲ ਹੁਣ ਦੂਜੇ ਜਿਹੜੇ ਗੈਂਗਸਟਰ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ, ਲਗਾਤਾਰ ਜਿਹੜੀ ਹੈ ਉਹਨਾਂ ਦੀ ਮਦਦ ਕਰ ਰਹੇ। ਗੋਲਡੀ ਬਰਾੜ ਲਗਾਤਾਰ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ, ਚਾਹੇ ਉਹ ਫੇਕ ਪਾਸਪੋਰਟ ਦੀ ਗੱਲ ਕਰੀਏ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ। ਇਹਨਾਂ ਦਾ ਜਿਹੜਾ ਸਵਾਲ ਹੈ ਕਿ ਗੋਲਡੀ ਬਰਾੜ ਦੀ ਮਦਦ ਕੌਣ ਕਰ ਰਿਹਾ ਹੈ। मनोज मैं वापस आवांगा थोड़े को, वापस आवांगा अगली खबर भी, क्योंकि गोल्डी बराड़ दे नाल जुड़ी और अहम इस करके है क्योंकि इस तरीके का नैक्सस जिहड़ा बनता जा रहा है, वो नैक्सस जिहड़ा है वो किस पासे फिर पूरे दे पूरे सिनेरियो नूं लेके जा रहा है। मनोज दे कोल वापस चलांगे, पर उस तो पहले एक और अहम खबर दसते हैं कि गोल्डी बराड़ इस वेले कर की रहा है। बंबीहा गैंग तो बाद गोल्डी बराड़ भी हुण भर्ती करन लग्या होया है। अहम खबर तुहानूं दस रहे हैं, बंबीहा गैंग दी एक पोस्ट आई सीगी सोशल मीडिया दे उत्ते। हालांकि गोल्डी बराड़ के खिलाफ रेड कॉर्नर नोटिस जारी है, सारियां चीज़ां हो रही ने, पर बंबीहा गैंग तो बाद हुण गोल्डी बराड़ भी भर्तियां कर रहा है। जी हाँ, नौजवानों नूं वरगलाण की कोशिश दे विच गोल्डी बराड़ नजर आ रहा है। लॉरेंस गैंग दे नाल जुड़न दे लई नौजवानों नूं सद्दा दिता जा रहा है। गोल्डी बराड़ दे वल्लों फोन आए ने मुंडियां नूं, 18-19 साल के मुंडियां नूं फोन आ रहे ने, कॉल किया जा रहा है और वो प्लान कर रहे ने कि नौजवान जिहड़े ने उन्हां नूं भर्ती किया जावे। भर्ती करन दे लई फोन आ रहे ने ते नौजवानों को अपने नाल जुड़न दे लई कहण दी जिहड़ी हिमाकत कीती सीगी। इस तो पहला बंबीहा गैंग ने कर चुका है। बंबीहा गैंग ने फेसबुक ते व्हाट्सएप नंबर जनतक किया सी, नौजवानों को अपने नाल जुड़न दी कोशिश जिहड़ा है वो कर रहा सीगा बंबीहा गैंग। ते दिल्ली के कई मुंडियां नूं फोन कॉल आई है गोल्डी बराड़ दे वल्लों। ते गोल्डी बराड़ दे नाल जिहड़ा हैगा ये सिनेरियो जिहड़ा बनदा नजर आ रहा है। गोल्डी बराड़ हुण अपने गैंग दे लई भर्ती कर रहा है। पहला बंबीहा गैंग दे वल्लों अजिही पोस्ट आई सीगी और हुण गोल्डी बराड़ दे वल्लों अजिही पोस्ट आई है जिस दे विच उसने दिल्ली दे कई मुंडियां नूं फोन कॉल आई है, 18-19 साल के मुंडियां नूं, जिन्हां नूं गोल्डी बराड़ दे नाल जुड़न दी अपील की जा रही है या लॉरेंस बिश्नोई दे नाल जुड़न दी अपील की जा रही है। गैंगस्टर्स दा भर्ती प्लान जिहड़ा हैगा ये अपने आप विच वड्डी टेंशन है। क्यों? क्योंकि जिस तरीके सोशल मीडिया के उत्ते इन्हां दी प्रोफाइलिंग हैगी है, जिस तरीके सोशल मीडिया के उत्ते ये अपने आप को प्रोजेक्ट करते हैं, जिस तरीके सोशल मीडिया के उत्ते दिखाते हैं कि साडे कोल इन्ना असला हैगा, इन्नी ताकत हैगी, असीं इन्ने पावरफुल हैगे हैं। सब तो वड्डी गल अपनी इमेज नूं ये स्थापित करने की कोशिश करते हैं कि रॉबिन हुड इमेज हैगी है। सो किते ना किते इन्हां दी जिहड़ी वध रही फैन फॉलोइंग है वो अपने आप विच टेंशन एक हैगी है। जेकर इन्हां दे फेसबुक पेजिस ते या सोशल मीडिया प्लेटफॉर्म ते फॉलोअर्स चेक किए जान तो मिलियंस ऑफ फॉलोअर्स जिहड़े हैगे इन्हां दे हैगे, पर वो मिलियंस ऑफ फॉलोअर्स जिहड़े हैगे वो किस पासे इशारा करते हैं? वो इशारा ये करते हैं कि जिहड़े क्रिमिनल ने उन्हां दे लई उन्हां दा सिनेरियो जिहड़ा हैगा उन्हां दी फॉलोइंग जेकर इस तरीके वधदी है तो अपने आप विच टेंशन की गल है। और उस सब दे विचाले भर्ती प्लान गोल्डी बराड़ दा एक बार फिर मनोज राठिया रुक करते हैं। मनोज, गोल्डी बराड़ भी हुण भर्ती प्लान लेके आ गया, पहला बंबीहा ग्रुप हुण गोल्डी बराड़। देखो गगन, इहदा खुलासा कित्थे होया? इहदा खुलासा जिहड़ा है दिल्ली दी स्पैशल सैल ने राजेश भवाना एक गैंगस्टर है उहदे गुरगिਆਂ ਨੂੰ गिरफ्तार किया है। 4-5 गुरगिਆਂ ਨੂੰ गिरफ्तार किया जिहदे विच अंकित, विक्की, होर भी कई जिहड़े इन्हां दे गुरगे शामिल है जिन्हां कोलों आटोमैटिक पिस्टल जिंदा कारतूस जिहड़े बरामद होए सी। पुलिस नूं एक सीक्रेट इन्फॉर्मेशन उन्होंने पुछगिछ दस्सिया, उन्होंने तो पुछगिछ चीज़ां सामने आई हैं कि गोल्डी बराड़ लॉरेंस बिश्नोई का जिहड़ा खास है वो किस तरह 18 साल 19 साल 20 साल 21 साल के जिहड़े नौजवान हैं उन्होंने किस तरह लालच दे रहा है, उन्होंने किस तरह पैसे का लालच दे रहा है। क्योंकि तुहानूं याद होना कि जद ये सिद्धू मूसेवाले मर्डर च जिहड़े शार्प शूटर फड़े गए सी, सब तो घट उम्र का अंकित सिरसा 18 साल का, प्रेरित फौजी 20-21 साल के, होर जिहड़े दूजे ने जिहड़े शार्प शूटर ने कशिश कह लो होर दूजे कह लो, ये 18 19 20 21 साल के, इन्हों किस तरह लालच दिता सीगा। अंकित सिरसा ने भी एक गल मन्नी सी कि मैनू लालच दिता सा, 2.5 लाख रुपया सब नूं देण दी गल कीती सी, ऐश परस्ती की गल कीती सी, गड्डियां तुहानूं मिलणगी, तुहाडा ना होएगा, तुहाडा ना बोलेगा, तुहाडे तो लोग डरनगे, तुसीं जिन्नों मर्जी पैसे लै लो। इस तरह की चीज़ां जिहड़ियां प्रोवोक करते हैं। फेसबुक पोस्ट पा के जिद्दां तुसीं जिक्र कर रहे हो कि फेसबुक पा के अपने आप नूं रॉबिन हुड बनने की कोशिश की जाती है, अपने आप नूं सुपरमैन बनने की कोशिश की जाती है, ये दिखावा किया जाता है कि साडे कोलों
ਪਿਸਟਲ ਨੇ ਅਸੀਂ ਕਿਸੇ ਤੋਂ ਡਰਦੇ ਨਹੀਂ ਹੈ, ਜਿਹਨੂੰ ਮਰਜ਼ੀ ਅਸੀਂ ਮਾਰ ਦਈਏ, ਜਿਹਨੂੰ ਮਰਜ਼ੀ ਅਸੀਂ ਪੈਸੇ ਮੰਗ ਲਈਏ। ਇਸ ਤਰ੍ਹਾਂ ਦੀ ਫੇਸਬੁੱਕ, ਹਾਲਾਂਕਿ ਫੇਸਬੁੱਕ ਪੋਸਟ ਜਾਂ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਐਕਟਿਵ ਹੋ ਰਹੇ ਸੀਗੇ ਪਿਛਲੇ ਦਿਨਾਂ ਦੇਖਾ ਹੈ ਕਿ ਪੁਲਿਸ ਦਾ ਵੀ ਇੱਕ ਵੱਡਾ ਐਕਸ਼ਨ ਜ਼ਰੂਰ ਵੇਖਣ ਨੂੰ ਮਿਲਿਆ। ਇਹਦੇ ਵਿੱਚ ਕਈ ਜਿਹੜੀ ਇਸ ਤਰ੍ਹਾਂ ਦੀ ਜਿਹੜੇ ਗੈਂਗਸਟਰਾਂ ਦੀ ਪੋਸਟ ਹੈ ਉਹਨਾਂ ਨੂੰ ਡਿਲੀਟ ਕਰਾਇਆ ਗਿਆ, ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੂੰ ਹਟਾਇਆ ਗਿਆ। ਸਾਈਬਰ ਸੈੱਲ ਜਿਹੜੀ ਪੁਲਿਸ ਦੀ IT ਵਿੰਗ ਜਿਹੜੀ ਪੁਲਿਸ ਇਹਦੇ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਵੀ ਇਹਦੇ ਵਿੱਚ 1000 ਤੋਂ ਵੀ ਵੱਧ ਜਿਹੜੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਸੀਗੇ, ਲਾਰੈਂਸ ਬਿਸ਼ਨੋਈ ਗਰੁੱਪ, ਬੰਬੀਹਾ ਗਰੁੱਪ, ਇਹਨਾਂ ਨੂੰ ਸਾਰਿਆਂ ਨੂੰ ਡਿਲੀਟ ਕੀਤਾ। ਲੇਕਿਨ ਹੁਣ ਜਿਹੜੀ ਗੱਲ ਨਿਕਲ ਕਰ ਸਾਹਮਣੇ ਆਈ ਹੈ, ਰਾਜੇਸ਼ ਭਵਾਨਾ ਕੌਣ ਹੈ ਇਹ ਵੀ ਤੁਹਾਨੂੰ ਦੱਸ ਦਈਏ। ਰਾਜੇਸ਼ ਭਵਾਨਾ ਜਿਹੜਾ ਦੂਜਾ ਗਰੁੱਪ ਹੈ, ਨੀਰਜ ਭਵਾਨਾ, ਜਿਹੜਾ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਹੈਗਾ, ਨੀਰਜ ਭਵਾਨਾ ਪਹਿਲਾਂ ਉਹਦੇ ਨਾਲ ਸੀਗਾ ਲੇਕਿਨ ਅਣਬਣ ਹੋਈ ਤੇ ਰਾਜੇਸ਼ ਭਵਾਨਾ ਹੁਣ ਲਾਰੈਂਸ ਬਿਸ਼ਨੋਈ ਦੇ ਨਾਲ ਕੰਮ ਕਰਨ ਲੱਗਿਆ। ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਕੰਮ ਕਰਨ ਲੱਗਿਆ ਤੇ ਹੁਣ ਉਹਨਾਂ ਦੀ ਇੱਕ ਬਹੁਤ ਵੱਡੀ ਡਕੈਤੀ ਹੋਈ ਸੀ ਰਾਜਸਥਾਨ 'ਚ। ਹਰਿਆਣਾ 'ਚ ਵੀ ਇੱਕ ਬਹੁਤ ਵੱਡੀ ਡਕੈਤੀ ਹੋਈ ਸੀ ਜਿਹਦੇ ਵਿੱਚ ਰਾਜੇਸ਼ ਭਵਾਨਾ ਗੈਂਗ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਉਹਦੀ CCTV ਫੁਟੇਜ ਵੀ ਆਈ ਸੀ। ਉਹਨਾਂ ਦੇ ਗੁਰਗੇ ਹੁਣ ਗ੍ਰਿਫਤਾਰ ਕੀਤੇ ਹੈ। ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਅਸੀਂ ਲਾਰੈਂਸ ਦੇ ਨਾਲ ਕੰਮ ਕਰਦੇ ਹਾਂ, ਅਸੀਂ ਗੋਲਡੀ ਬਰਾੜ ਦੇ ਨਾਲ ਕੰਮ ਕਰਦੇ ਹਾਂ। ਗੋਲਡੀ ਬਰਾੜ ਦਾ ਕੰਮ ਕੀ ਹੈ ਗਗਨ, ਇਹ ਸਮਝਣਾ ਹੋਵੇਗਾ। ਗੋਲਡੀ ਬਰਾੜ ਕੀ ਕਰਦਾ ਹੈ, ਫੋਨ ਕਰਕੇ ਆਪਣੇ ਜਿਹੜੇ ਗੁਰਗੇ ਹੈ ਉਹਨਾਂ ਨੂੰ ਕਹਿੰਦਾ ਤੁਸੀਂ ਹੋਰ ਬੰਦੇ ਜੋੜੋ। 18, 19 ਸਾਲ ਦੇ ਜਿਹੜੇ ਐਗਰੈਸਿਵ ਮੁੰਡੇ ਹੁੰਦੇ ਆ, ਜਿਹੜੇ ਨੌਜਵਾਨ ਹੁੰਦੇ ਆ, ਜਿਹੜੇ ਬੇਰੁਜ਼ਗਾਰ ਹੁੰਦੇ ਆ, ਜਿਹੜੇ ਡਰੱਗਿਸਟ ਹੁੰਦੇ ਆ, ਉਹਨਾਂ ਨੂੰ ਆਪਣੇ ਨਾਲ ਮਿਲਾਓ, ਉਹਨਾਂ ਨੂੰ ਤੁਸੀਂ ਲਾਲਚ ਦਿਓ। ਪਹਿਲਾਂ ਵੀ ਅਸੀਂ ਦੇਖਿਆ ਕਿ ਇਸ ਤਰ੍ਹਾਂ ਦੀ ਚੀਜ਼ਾਂ ਆਏ। ਦਵਿੰਦਰ ਬੰਬੀਹਾ ਗਰੁੱਪ ਵੀ ਉਹ ਤਾਂ ਨੰਬਰ ਹੀ ਜਾਰੀ ਕਰਕੇ ਬੈਠੇ ਸੀਗੇ ਕਿ ਨੰਬਰ ਤੁਸੀਂ ਜੋੜੋ, ਸਾਡੇ ਨਾਲ ਜੁੜੋ, ਅਸੀਂ ਤੁਹਾਡੇ ਨਾਲ ਜੁੜਾਂਗੇ, ਤੁਸੀਂ ਸਾਡੇ ਗਰੁੱਪ ਨਾਲ ਜੁੜੋ। ਹੁਣ ਗੋਲਡੀ ਬਰਾੜ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਹੁੰਦੇ ਆ ਇਹ ਨੌਜਵਾਨਾਂ ਨੂੰ ਆਪਣੀ ओर ਖਿੱਚਦੇ ਆ, ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਸੀਂ ਸਾਡੇ ਨਾਲ ਜੁੜੋ, ਅਸੀਂ ਤੁਹਾਨੂੰ ਸਾਰੀ ਫੈਸਿਲਿਟੀਜ਼ ਦੇਵਾਂਗੇ, ਸਾਨੂੰ ਸਾਰੀ ਸੁਵਿਧਾ ਜਿਹੜੀ ਆ ਉਹ ਦਿੱਤੀ ਜਾਏਗੀ, ਚਾਹੇ ਉਹ ਖਾਣ ਨੂੰ ਲੈ ਕੇ ਹੋਵੇ, ਐਸ਼ ਪ੍ਰਸਤੀ ਹੋਵੇ, ਪੈਸਾ ਹੋਵੇ, ਗੱਡੀਆਂ ਹੋਵੇ, ਇਸ ਤਰ੍ਹਾਂ ਦੀ ਚੀਜ਼ਾਂ। ਸਿੱਧੂ ਮੂਸੇਵਾਲੇ ਦਾ ਮਰਡਰ ਕਿਸ ਤਰ੍ਹਾਂ ਹੋਇਆ? ਸਿੱਧੂ ਮੂਸੇਵਾਲੇ ਦਾ ਮਰਡਰ ਇਹ ਜਿਹੜੇ ਗੈਂਗਸਟਰ, ਇਸ ਤਰ੍ਹਾਂ ਦੇ ਸ਼ਾਰਪ ਸ਼ੂਟਰ ਜਿਹੜੇ ਨੇ, ਜਿਹੜੇ ਡਰੱਗਿਸਟ ਨੇ, ਜਿਨ੍ਹਾਂ ਨੂੰ ਪੈਸੇ ਦੀ ਲੋੜ ਸੀ, ਇਸ ਤਰ੍ਹਾਂ ਦੀ ਜਿਹੜੀ ਹੈਗੀ ਚੀਜ਼ਾਂ ਹੋਈ ਹੈ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਨਸ਼ੇ 'ਚ ਇਹ ਸਾਰੇ ਸੀਗੇ, ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉੱਥੋਂ ਫਰਾਰ ਹੋ ਗਏ। ਇਹੀ ਹੁਣ ਹੋ ਰਿਹਾ, ਇਹੀ ਚੀਜ਼ਾਂ ਹੋ ਰਹੀਆਂ। ਜਿਹੜੇ ਵੀ ਗੈਂਗਸਟਰ ਫੜੇ ਜਾਂਦੇ ਨੇ ਉਹ ਘੱਟ ਉਮਰ ਦੇ ਨੇ, 18 ਸਾਲ। बिल्कुल मनोज, और ऐसे करके कंट्रोल करना जरूरी है। बहुत बहुत शुक्रिया मनोज इस तमाम गलबात दे ਲਈ। मनोज राठी मेरे सहयोगी ਗੱਲ ਕਰ ਰਹੇ ਸੀਗੇ ਜਿਸ ਤਰੀਕੇ ਸਿਨੈਰੀਓ ਬਣ ਰਿਹਾ ਹੈ, ਜਿਸ ਤਰੀਕੇ ਪੂਰੇ ਦਾ ਪੂਰਾ ਨੈਕਸਸ ਬਣ ਰਿਹਾ, ਇਸ ਨੂੰ ਬ੍ਰੇਕ ਕਰਨ ਦੀ ਲੋੜ ਹੈਗੀ ਹੈ। ਪਰ ਬ੍ਰੇਕ ਕੀਤਾ ਕਿਵੇਂ ਜਾਵੇਗਾ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ, ਕਿਉਂਕਿ ਜਿਸ ਤਰੀਕੇ ਦਾ ਲਾਲਚ ਦਿੱਤਾ ਜਾਂਦਾ ਹੈ ਨੌਜਵਾਨ ਨੂੰ, ਜਿਸ ਤਰੀਕੇ ਦੇ ਸਬਜ਼ ਬਾਗ ਦਿਖਾਏ ਜਾਂਦੇ ਨੇ, ਜਿਸ ਤਰੀਕੇ ਦੇ ਸੁਪਨੇ ਵਿਖਾਏ ਜਾਂਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਬਹਾਦਰੀ ਦਿਖਾਉਣ ਦਾ ਮੌਕਾ ਹੈ। ਪਰ ਸੱਚਾਈ ਹੈ ਕਿ ਕਿਸੇ ਵੀ ਗੈਂਗਸਟਰ ਦੀ, ਐਕਟਿਵ ਗੈਂਗਸਟਰ ਦੀ ਉਮਰ ਜਿਹੜੀ ਹੈਗੀ ਹੈ ਉਹ 5 ਜਾਂ 7 ਸਾਲ ਤੋਂ ਜ਼ਿਆਦਾ ਨਹੀਂ ਰਹਿੰਦੀ। ਜਦੋਂ ਉਹ ਇਸ ਧੰਦੇ ਦੇ ਵਿੱਚ ਪੈਰ ਰੱਖ ਲੈਂਦਾ ਹੈ ਤਾਂ 5 ਤੋਂ 7 ਸਾਲ ਉਸ ਦੀ ਮੈਕਸਿਮਮ ਉਮਰ ਹੋ ਸਕਦੀ ਹੈ। ਉਸ ਤੋਂ ਬਾਅਦ ਜਾਂ ਤਾਂ ਉਹ ਪੁਲਿਸ ਕਾਰਵਾਈ ਦੇ ਵਿੱਚ ਮਾਰਿਆ ਜਾਂਦਾ ਹੈ ਜਾਂ ਗਿਰਫਤ ਵਿੱਚ ਆ ਕੇ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਜਾਂਦਾ ਹੈ, ਜਿੱਥੇ ਸਾਰੀ ਉਮਰ ਫਿਰ ਉਹ ਆਪਣੇ ਕੀਤੇ ਦੀ ਸਜ਼ਾ ਭੁਗਤਦਾ ਹੈ।